ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਅਬ ਮੈਂ ਆਪਣੀ ਕਥਾ ਬਖਾਨੋ, ਤਪ ਸਾਧਤ ਜਿਹ ਬਿਦ ਮੋਹਿ ਆਨੋ। ਹੇਮ ਕੁੰਟ ਪਰਬਤ ਹੈ ਜਹਾਂ, ਸਪਤ ਸ੍ਰਿੰਗ ਸ਼ੋਭਤ ਹੈ ਤਹਾਂ। ਤਹ ਹਮ ਅਦਕ ਤਪੱਸਿਆ ਸਾਦੀ, ਮਹਾਕਾਲ ਕਾਲ ਕਾ ਅਰਾਧੀ। ਇਹ ਬਿਦ ਕਰਤ ਤਪੱਸਿਆ ਭਇਓ, ਦੁਐ ਤੇ ਏਕ ਰੂਪ ਹੋਵੈ ਗਇਓ। ਬੇਸ਼ੁਮਾਰ ਅਥਾਹ ਅਗਣਤ ਅਤੁਲੈ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਸਨਿਮਰ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਆਪ ਸਰਬੱਤ ਸੰਗਤ ਬੜੇ ਪ੍ਰੇਮ ਦੇ ਨਾਲ ਸਾਹਿਬ ਕਮਾਲ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਤਿਨਾਂ ਦਾ ਪਵਿੱਤਰ ਪ੍ਰਕਾਸ਼ ਦਿਹਾੜਾ ਦਮਦਮੀ ਟਕਸਾਲ ਦੇ ਕੇਂਦਰੀ ਸਥਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਅਗਵਾਈ ਵਿੱਚ ਬੜੇ ਪ੍ਰੇਮ ਦੇ ਨਾਲ, ਸਤਿਕਾਰ ਦੇ ਨਾਲ, ਭਾਵਨਾ ਦੇ ਨਾਲ ਮਨਾ ਰਹੇ ਹੋ। ਧੰਨ ਗੁਰੂ ਗੋਬਿੰਦ ਸਿੰਘ ਜੀ ਕੱਲੇ ਸਿੱਖਾਂ ਦੀ ਨਹੀਂ, ਵਿਸ਼ਵ ਦੀ ਉਹ ਸਰਮੌਰ ਹਸਤੀ ਹੋਈ ਹੈ, ਜਿਨ੍ਹਾਂ ਦੇ ਮੁਕਾਬਲੇ ਤੇ ਅੱਜ ਵੀ ਕੋਈ ਰਹਿਬਰ, ਪੀਰ, ਪੈਗੰਬਰ, ਵਿਦਵਾਨਾਂ ਨੂੰ ਦਿਖਾਈ ਨਹੀਂ ਪੈਂਦਾ। ਸ਼੍ਰੀਮਾਨ ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਜੀ ਆਪਣੀ ਬਾਣੀ ਦੇ ਵਿੱਚ ਕਹਿੰਦੇ ਨੇ, ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਬਾਦਸ਼ਾਹ ਬੜੇ ਹੋਏ ਨੇ, ਫਕੀਰ, ਸੰਤ, ਸਾਧੂ, ਦਰਵੇਸ਼ ਬਹੁਤ ਹੋਏ ਨੇ, ਪਰ ਇੱਕੋ ਸਮੇਂ ਇੱਕ ਸਟੇਜ ਉੱਤੇ ਦੋ ਗੁਣ ਕਦੀ ਨਹੀਂ ਰਹਿੰਦੇ ਹੁੰਦੇ। ਜੇ ਬਾਦਸ਼ਾਹ ਹੈ ਤੇ ਬਾਦਸ਼ਾਹੀ ਹੈ, ਤੇ ਜੇ ਫਕੀਰ ਹੈ ਤੇ ਫਕੀਰ ਹੀ। ਧੰਨ ਗੁਰੂ ਗੋਬਿੰਦ ਸਿੰਘ ਜੀ ਇੱਦਾਂ ਦੇ ਰਹਿਬਰ ਹੋਏ ਨੇ ਜਿਨ੍ਹਾਂ ਵਿੱਚ ਇਹ ਦੋਵੇਂ ਗੁਣ ਇੱਕੋ ਸਮੇਂ ਤੁਸੀਂ ਦੇਖ ਸਕਦੇ ਹੋ। ਉਹ ਬਾਦਸ਼ਾਹ ਵੀ ਨੇ ਤੇ ਉਹ ਦਰਵੇਸ਼ ਵੀ ਨੇ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ
ਅਤੇ 10ਵੇਂ ਪਾਤਸ਼ਾਹ ਸਰੀਰ ਕਰਕੇ, ਦੇਹ ਕਰਕੇ ਸਾਡੇ ਅਖੀਰਲੇ ਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਇਹਨਾਂ ਦੋਵਾਂ ਦੀ ਜਿਹੜੀ ਪ੍ਰਕਾਸ਼ ਸਾਖੀ ਹੈ, ਜਨਮ ਸਾਖੀ ਹੈ, ਇਹ ਇੱਕ ਥਾਂ ਤੋਂ ਸ਼ੁਰੂ ਹੁੰਦੀ ਹੈ ਜਿਹੜੀ ਬੜੀ ਹੈਰਾਨੀ ਕਰਨ ਵਾਲੀ ਹੈ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੀ ਜਨਮ ਸਾਖੀ ਕਿੱਥੋਂ ਸ਼ੁਰੂ ਹੁੰਦੀ? ਸੱਚਖੰਡ ਤੋਂ। ਉਹ ਵੇਈ ਨਦੀ ਚ ਅਲੋਪ ਹੁੰਦੇ ਨੇ, ਪਰਮੇਸ਼ਰ ਦੇ ਪਿਆਰੇ ਉਹਨਾਂ ਨੂੰ ਸੱਚਖੰਡ ਪਰਮੇਸ਼ਰ ਦੇ ਪਾਸ ਲੈ ਕੇ ਜਾਂਦੇ ਨੇ। ਉੱਥੇ ਅੰਮ੍ਰਿਤ ਦਾ ਪਿਆਲਾ ਭਰ ਕੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੂੰ ਦਿੱਤਾ ਜਾਂਦਾ ਹੈ। ਪਰਮੇਸ਼ਰ ਦਾ ਹੁਕਮ ਹੁੰਦਾ ਹੈ ਕਿ ਨਾਨਕ, ਇਹ ਜਨਮ ਸਾਖੀ ਦੇ ਬੋਲ ਨੇ, ਮਾਫ ਕਰਿਓ, ਅੱਧਾ ਨਾਂ ਲੈਣਾ ਦਮਦਮੀ ਟਕਸਾਲ ਦੀ ਮਰਿਆਦਾ ਨਹੀਂ, ਸਿਰਫ ਜਨਮ ਸਾਖੀ ਦੇ ਬੋਲ ਕਰਕੇ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੇ ਬਾਰੇ ਜੋ ਜਨਮ ਸਾਖੀ 'ਚ ਲਿਖਿਆ ਉਸ ਤਰ੍ਹਾਂ ਕੀ ਕਹਿੰਦੇ ਨੇ ਪਰਮੇਸ਼ਰ ਕਿ ਹੇ ਗੁਰੂ ਨਾਨਕ, ਹੇ ਨਾਨਕ, ਇਹ ਅੰਮ੍ਰਿਤ ਦਾ ਪਿਆਲਾ ਹੈ, ਨਾਮ ਦਾ ਪਿਆਲਾ ਹੈ, ਪੀਓ ਤੇ ਪਿਲਾਓ। ਤੁਸੀਂ ਮੇਰਾ ਹੁਕਮ ਪਛਾਤਾ ਹੈ, ਤੁਹਾਨੂੰ ਮੈਂ ਨਿਹਾਲ ਕੀਤਾ ਹੈ, ਤੁਸੀਂ ਸੰਸਾਰ ਤੋਂ ਨਿਹਾਲ ਕਰੋ। ਆਪ ਜਪੋ, ਹੋਰਾਂ ਨੂੰ ਜਪਾਓ। ਤੇ ਜਨਮ ਸਾਖੀ ਤੇ ਇੱਕ ਗੱਲ ਇਹ ਵੀ ਲਿਖੀ ਆ, ਬਰਾਗੀ ਨਹੀਂ ਹੋਣਾ, ਉਦਾਸੀ ਨਹੀਂ ਹੋਣਾ, ਗ੍ਰਸਤ ਦੇ ਵਿੱਚ ਰਹਿ ਕੇ ਧਰਮ ਦੀ ਕਮਾਈ ਸਿਖਾਓ। ਨਰਲੇਪ ਰਹੋ, ਨਾਮਦਾਨ ਇਸਨਾਨ ਦ੍ਰਿੜ ਕਰਾਓ। ਤੇ ਜਦੋਂ ਸਤਿਗੁਰੂ ਜੀ ਮੁੜਨ ਲੱਗੇ ਤੇ ਹੁਕਮ ਕੀਤਾ ਕਿ ਤੁਸੀਂ ਮੇਰਾ ਹੁਕਮ ਪਛਾਤਾ ਹੈ, ਮੈਂ ਪਾਰ ਬ੍ਰਹਮ ਪਰਮੇਸ਼ਰ ਤੇ ਤੂੰ ਗੁਰੂ ਪਰਮੇਸ਼ਰ। ਇਹ ਸਤਿਗੁਰੂ ਜੀ ਨੂੰ ਖਿਤਾਬ ਦਿੱਤਾ ਗਿਆ ਨਿਰੰਕਾਰ ਦੀ ਦਰਗਾਹ ਦੇ ਵਿੱਚ। ਵਾਹਿਗੁਰੂ ਪਰਮੇਸ਼ਰ ਨੇ ਕੀ ਆਖਿਆ ਕਿ ਮੈਂ ਪਾਰ ਬ੍ਰਹਮ ਪਰਮੇਸ਼ਰ ਤੇ ਤੂੰ ਗੁਰੂ ਪਰਮੇਸ਼ਰ। ਸਾਡੇ ਤੇ ਤੁਹਾਡੇ 'ਚ ਭੇਦ ਨਹੀਂ। ਜਿਵੇਂ ਸ਼ੀਸ਼ੇ ਦੇ ਮੂਹਰੇ ਖਲੋਣ ਵਾਲਾ ਸੱਜਣ, ਐਵੇਂ ਹੀ ਗੁਰੂ ਨਾਨਕ ਤੇ ਪਰਮੇਸ਼ਰ ਦੇ ਵਿੱਚ ਕੋਈ ਭੇਦ ਨਹੀਂ। ਹੁਣ ਇਸੇ ਤਰ੍ਹਾਂ ਹੀ ਜਿਹੜੀ ਜਨਮ ਸਾਖੀ ਹੈ, ਪ੍ਰਕਾਸ਼ ਸਾਖੀ ਹੈ, ਉਹ ਹੂ ਬਹੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵੀ ਇਸੇ ਤਰ੍ਹਾਂ ਹੀ ਸ਼ੁਰੂ ਹੁੰਦੀ। ਜੇ ਪਹਿਲਿਆਂ ਦੀ ਨਿਰੰਕਾਰ ਤੋਂ ਸ਼ੁਰੂ ਹੁੰਦੀ ਹੈ ਤੇ 10ਵਿਆਂ ਦੀ ਵੀ ਨਿਰੰਕਾਰ ਤੋਂ ਹੀ ਸ਼ੁਰੂ ਹੁੰਦੀ। ਹੁਣ ਸਤਿਗੁਰੂ ਵੇਈ ਨਦੀ 'ਚ ਸਮਾਧੀ ਲਾਈ ਹੈ, ਇੱਧਰ ਧੰਨ ਗੁਰੂ ਗੋਬਿੰਦ ਸਿੰਘ ਜੀ ਹੇਮਕੁੰਟ ਬਰਫ਼ ਦੇ ਪਹਾੜ ਤੇ ਸਮਾਧੀ ਲਾ ਕੇ ਬੈਠੇ। ਔਰ ਇੱਕ ਰਸ ਆਨੰਦ ਦੀ ਅਵਸਥਾ ਦੇ ਵਿੱਚ ਨਿਰੰਕਾਰ ਵੱਲੋਂ ਉਹਨਾਂ ਨੂੰ ਹੁਕਮ ਹੁੰਦਾ ਹੈ ਕਿ ਜਾਓ ਸੰਸਾਰ ਤੇ ਸੰਸਾਰ ਦਾ ਭਲਾ ਕਰੋ। ਸਤਿਗੁਰੂ ਦੇ ਆਪਣੇ ਬੋਲ ਨੇ। ਦੁਨੀਆ ਦੇ ਵਿੱਚ ਪਹਿਲਾ ਰਹਿਬਰ ਇਦਾਂ ਦਾ ਹੋਇਆ ਹੈ ਜਿਨ੍ਹਾਂ ਆਪਣੀ ਜਨਮ ਸਾਖੀ, ਆਪਣੀ ਪ੍ਰਕਾਸ਼ ਸਾਖੀ, ਆਪਣੀ ਆਟੋਬਾਇਓਗ੍ਰਾਫੀ ਆਪ ਲਿਖੀ ਹੈ। ਬਚਿੱਤਰ ਨਾਟਕ ਆਪ ਲਿਖ ਕੇ ਗਏ ਨੇ। ਤੇ ਕੀ ਕਹਿੰਦੇ ਨੇ? ਅਬ ਮੈਂ ਆਪਣੀ ਕਥਾ ਬਖਾਨੋ, ਤਪ ਸਾਧਤ ਜਿਹ ਬਿਦ ਮੋਹਿਆ। हेमकुंट पर्वत है जहां सप्त श्रृंग शोभत है, तह हम अदक तपस्या साधी, महाकाल काल का आराधी। एह बिद करत तपस्या भयो, द्वै ते एक रूप होवै गए। ये बचन सतगुरु ने आप अंकित कीते ने विचित्र नाटक दे। इन्ना तप कीता कि दो सी, पर तप करते करते एक हो गए परमेश्वर दे नाल। तां उस अवस्था विच परमेश्वर वल्लों हुक्म होया, प्रेरणा होई कि संसार ते जाओ, मात लोक ते जाओ,
ਦੁਬਾਰਾ ਜਨਮ ਲਓ ਸੰਸਾਰ ਦੇ ਭਲੇ ਵਾਸਤੇ। ਤਾਂ ਸਤਿਗੁਰੂ ਕਹਿੰਦੇ ਨੇ ਕਿ ਮੇਰਾ ਜਾਣ ਨੂੰ ਜੀ ਨਹੀਂ ਸੀ ਕਰਦਾ, ਉਹ ਰਸ ਵਾਲੀ ਅਵਸਥਾ ਛੱਡਣ ਨੂੰ ਜੀ ਨਹੀਂ ਸੀ ਕਰਦਾ। ਤਾਂ ਪਰਮਾਤਮਾ ਨੇ ਮੈਨੂੰ ਸਮਝਾ ਕੇ ਭੇਜਿਆ ਕਿ ਸੰਸਾਰ ਦੀ ਬੜੀ ਦੁਰਦਸ਼ਾ ਹੋ ਚੁੱਕੀ, ਜਾ ਕੇ ਸੰਸਾਰ ਦਾ ਭਲਾ ਕਰੋ। ਤੇ ਦਾਸ ਨੇ ਬੇਨਤੀ ਕੀਤੀ ਕਿ ਜੇ ਤੁਸੀਂ ਸਹਾਇਤਾ ਕਰਨ ਦਾ ਵਚਨ ਕਰਦੇ ਹੋ ਤੇ ਮੈਂ ਸੰਸਾਰ 'ਚ ਜਾਊਂਗਾ। ਇਹ ਪਵਿੱਤਰ ਵਚਨ ਉਹਨਾਂ ਨੇ ਆਪਣੀ ਬਾਣੀ ਦੇ ਵਿੱਚ ਅੰਕਿਤ ਕੀਤੇ। ਹੁਣ ਜਿਹੜੀਆਂ ਪਵਿੱਤਰ ਰੂਹਾਂ ਨੇ, ਚੰਗੀਆਂ ਰੂਹਾਂ ਨੇ, ਇਹ ਛੇਤੀ ਕੀਤੀਆਂ ਸੰਸਾਰ ਦੇ ਵਿੱਚ ਜਨਮ ਥੋੜ੍ਹੀ ਲੈਂਦੀਆਂ। ਅਗਲੇ ਵਚਨ ਕੀ ਹੈ? ਜੇ ਮਹਾਰਾਜ ਕਹਿੰਦੇ ਮੈਂ ਤਪ ਕੀਤਾ ਹੈ ਤਾਂ ਮੇਰੇ ਮਾਤਾ ਪਿਤਾ ਨੇ ਮੇਰੇ ਤੋਂ ਵੀ ਜ਼ਿਆਦਾ ਤਪ ਕੀਤਾ। ਤਾਤ ਮਾਤ ਮੁਰ ਅਲਖ ਅਰਾਧਾ, ਬਹੁ ਬਿਦ ਜੋਗ ਸਾਧਨਾ ਸਾਧਾ, ਤਿੰਨ ਜੋ ਕਰੀ ਅਲਖ ਕੀ ਸੇਵਾ, ਤਾਤੇ ਭਏ ਪ੍ਰਸੰਨ ਗੁਰਦੇਵ। ਤਿੰਨ ਪ੍ਰਭ ਜਬ ਆਇਸ ਮੋਹਿ ਦੀਆ, ਤਬ ਹਮ ਜਨਮ ਕਲੂ ਮਹਿ ਲੀਆ। ਮੇਰੇ ਮਾਤਾ ਪਿਤਾ ਨੇ ਬਹੁਤ ਤਪ ਕੀਤਾ, ਬੰਦਗੀ ਕੀਤੀ। ਜੇ ਆਪਾਂ ਆਪਣੇ ਲਾਗੇ ਝਾਤੇ ਮਾਰੀਏ ਤਾਂ ਬਾਬਾ ਬਕਾਲਾ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਅੱਡ ਅੱਡ ਵਿਦਵਾਨਾਂ ਨੇ ਅੱਡ ਅੱਡ ਸਮਾਂ ਲਿਖਿਆ ਹੈ ਬੰਦਗੀ ਦਾ, ਪਰ 26 ਸਾਲ 9 ਮਹੀਨੇ 13 ਦਿਨ ਵਾਹਿਗੁਰੂ ਦੀ ਬੰਦਗੀ ਕਰਨੀ ਕੋਈ ਸੌਖੀ ਪਈ। 26 ਸਾਲ ਚੌਂਕੜਾ ਮਾਰ ਕੇ ਇਕਾਗਰਤਾ ਨਾਲ ਬੰਦਗੀ ਕਰਨੀ। ਦਸਵੇਂ ਪਾਤਸ਼ਾਹ ਕਹਿੰਦੇ ਮੈਂ ਵੀ ਕੀਤੀ ਆ, ਪਰ ਮੇਰੇ ਮਾਤਾ ਪਿਤਾ ਬਹੁਤੀ ਕੀਤੀ। ਤਾਤ ਮਾਤ ਮੁਰ ਅਲਖ ਅਰਾਧਾ, ਬਹੁ ਬਿਦ ਜੋਗ ਸਾਧਨਾ ਸਾਧਾ। ਇਕਬਾਲ ਸਾਹਿਬ ਬਹੁਤ ਵੱਡੇ ਵਿਦਵਾਨ ਹੋਏ ਨੇ, ਉਹਨਾਂ ਇੱਕ ਸ਼ੇਰ ਲਿਖਿਆ ਕਿ ਹਜ਼ਾरों ਸਾਲ ਨਰਗਸ ਆਪਣੀ ਬੇਨੂਰੀ ਪੇ ਰੋਤੀ। कभी कभी होता है चमन में दीदावर पैदा। चमन कहंदे बाग नूं, दीदार कहंदे ने पारखू नूं, ਜ਼ੌਰੀ नूं परख करन वाले। ਮੁਹੰਮਦ ਇਕਬਾਲ ਸਾਹਿਬ ਕੀ ਕਹਿੰਦੇ ਨੇ, ਲਾਮਾ ਇਕਬਾਲ ਸਾਹਿਬ ਕੀ ਕਹਿੰਦੇ ਨੇ ਕਿ ਸੱਜਣਾ ਜਿਹੜਾ ਨਰਗਸ ਦਾ ਫੁੱਲ ਹੈ ਨਾ, ਏਡਾ ਸੋਹਣਾ ਹੈ, ਪਰ ਉਹਨੂੰ ਰੋਣਾ ਪੈਂਦਾ, ਪਛਤਾਉਣਾ ਪੈਂਦਾ, ਉਹਦੀ ਪਰਖ ਕਰਨ ਵਾਲਾ ਹੀ ਨਹੀਂ ਕੋਈ ਹੈਗਾ ਵੀ ਇਹ ਨਰਗਸ ਹੈ। ਕਿਸੇ ਨੂੰ ਪਤਾ ਹੀ ਨਹੀਂ ਹੈ, ਲੋਕ ਏਦਾਂ ਹੀ ਤੁਰੇ ਜਾਂਦੇ ਆ। बड़ी मुश्किल से होता है चमन में दीदावर पैदा, ते ओदी कदर करन वाला दीदावर पारखू ਜ਼ੌਰੀ कोई विरला दुनिया च आउंदा, कोई विरला सज्जण हुंदा। धन गुरु गोबिंद सिंह जी दे माता पिता दी किन्नी क सेवा होगी, किन्ना क तप होगा। श्रीमान भाई कान सिंह जी नाभा लिखते ने कि 1686 ਦੇ ਵਿੱਚ ਮਾਤਾ ਗੁਜਰ ਕੌਰ ਜੀ ਦਾ ਵਿਆਹ ਹੋਇਆ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਕਰਤਾਰਪੁਰ ਸਾਹਿਬ ਦੇ ਵਿੱਚ 1686 ਬਿਕਰਮੀ। ਵੱਡੇ ਮਹਾਂਪੁਰਸ਼ ਲਿਖਦੇ ਨੇ ਕਿ 9 ਫੱਗਣ ਜਾਂ 7 ਫੱਗਣ 1699 ਬਿਕਰਮੀ, 3 ਸਾਲ ਦਾ ਫਰਕ। ਜਦੋਂ 9ਵੇਂ ਪਾਤਸ਼ਾਹ ਨਾਲ ਗੁਰਦੇਵ ਮਾਤਾ ਗੁਜਰ ਕੌਰ ਜੀ ਦੀ ਸ਼ਾਦੀ ਹੁੰਦੀ ਹੈ, ਹੁਣ ਤੁਸੀਂ ਅੱਗੇ ਆਪ ਨੋਟ ਕਰਿਓ। ਚਲੋ 1699 ਇੱਕ ਘੱਟ 90 ਮੰਨ ਲਈਏ, ਤੇ ਸਤਿਗੁਰੂ ਜੀ ਦਾ ਅਵਤਾਰ ਕਦੋਂ ਹੁੰਦਾ ਫਿਰ? 1723 ਬਿਕਰਮੀ ਪੋਹ ਸੁਦੀ 7ਵੀਂ।
ਹੁਣ 1723 ਤੇ 11 ਸਾਲ ਪਿਛਲੇ ਜੋੜ ਲਓ, ਇੱਕ ਘੱਟ 90 ਤੋਂ ਮੰਨੀਏ ਵਿਆਹ ਹੋਇਆ ਮਹਾਰਾਜ ਦਾ। 23 ਸਾਲ ਤੇ ਉਤਲੇ ਹੋ ਗਏ ਤੇ 11 ਨਾਲ ਲਾ ਲਓ, ਕੋਈ 34 ਸਾਲ ਦੋਵਾਂ ਜੀਆਂ ਨੇ ਤਪ ਕੀਤਾ। ਤੇ ਫਿਰ ਵਹਿ ਪ੍ਰਗਟਿਓ ਮਰਦ ਗੰਬੜਾ ਵਰਿਆਮ ਅਕੇਲਾ। ਐਵੇਂ ਨਹੀਂ ਏਡੀਆਂ ਪਵਿੱਤਰ ਰੂਹਾਂ ਸੰਸਾਰ ਤੇ ਆਉਂਦੀਆਂ। ਮੈਨੂੰ ਬਚਨ ਚੇਤੇ ਆ ਗਿਆ, ਇਹ ਤੇ 10ਵੇਂ ਪਾਤਸ਼ਾਹ ਦੀ ਗੱਲ ਹੈ ਨਾ। 20ਵੀਂ ਸਦੀ ਦੇ ਮਹਾਨ ਗੁਰਸਿੱਖ, ਕਿਉਂ ਜੇ ਘਟਨਾ ਨਾ ਘਟਨਾ ਜੁੜ ਜੇ ਨਾ, ਗਾਂਹ ਤੋਂ ਗਾਂਹ ਜੁੜੀ ਜਾਵੇ ਤੇ ਫਿਰ ਉਹ ਪ੍ਰੂਫ ਪੱਕਾ ਹੋ ਜਾਂਦਾ ਹੈ। ਮਹਾਨ ਜਰਨੈਲ ਸ਼੍ਰੀਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਉਹ ਮਹਾਤਮਾ, ਉਹ ਸ਼ਹੀਦ ਮਹਾਂਪੁਰਸ਼, ਉਹਨਾਂ ਦੀ ਮਾਤਾ ਦੀ ਗੱਲ ਸੁਣਾਉਂਦੇ ਸੀ। ਬਾਬਾ ਜੀ ਬੈਠੇ ਸੀ ਸਾਰੇ, ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਜੀ ਪਾਸੋਂ ਸੁਣਿਆ ਕਿ ਉਹਨਾਂ ਦੀ ਮਾਤਾ ਜਿਹੜੀ ਨਿਹਾਲ ਕੌਰ ਜੀ ਸਨ, ਕਿੰਨੀ ਕਮਾਈ ਹੋ ਗਈ ਉਹਨਾਂ ਦੀ ਮਾਤਾ ਦੀ, ਕਿੰਨੀ ਕਮਾਈ ਹੋ ਗਈ ਉਹਨਾਂ ਦੇ ਪਿਤਾ ਦੀ, ਬਜ਼ੁਰਗ ਜਥੇਦਾਰ ਬਾਬਾ ਜੀ ਬਾਬਾ ਜੋਗਿੰਦਰ ਸਿੰਘ ਜੀ ਦੀ। ਮਾਤਾ ਨਿਹਾਲ ਕੌਰ ਦੀ ਉਂਗਲ ਦੇ ਵਿੱਚ ਡੂੰਘ ਪੈ ਗਿਆ ਸੀ, ਮਾਲਾ ਫੇਰਦੇ ਫੇਰਦੇ ਉਂਗਲ ਦੇ ਵਿੱਚ ਟੋਆ ਪੈਂਦਾ ਸੀ, ਇੰਨੀ ਮਾਲਾ ਫੇਰੀ ਉਸ ਮਾਤਾ। ਤੇ ਜਿਹੜੇ ਸੱਜਣਾ ਨੇ ਦਰਸ਼ਨ ਕੀਤੇ ਨੇ ਉਹ ਆਪ ਦੱਸਦੇ ਵੀ ਵਾਕਿਆ ਹੀ ਸਹੀ। ਏਡੀਆਂ ਪਵਿੱਤਰ ਰੂਹਾਂ ਐਵੇਂ ਥੋੜੀ ਸੰਸਾਰ ਦੇ ਵਿੱਚ ਆ ਜਾਂਦੀਆਂ ਨੇ। ਗੁਰਦੇਵ ਮਾਤਾ ਗੁਜਰ ਕੌਰ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ 34 ਸਾਲ ਤਪ ਕੀਤਾ ਹੈ। ਤਾਂ 10ਵੇਂ ਪਾਤਸ਼ਾਹ ਲਿਖਦੇ ਨੇ, ਤਾਤ ਮਾਤ ਮੁਰ ਅਲਖ ਰਾਧਾ ਬਹੁ ਬਿਦ ਜੋਗ ਸਾਧਨਾ ਸਾਧਾ। ਤਿੰਨ ਜੋ ਕਰੀ ਅਲਖ ਕੀ ਸੇਵਾ, ਤਾਤੇ ਭਏ ਪ੍ਰਸੰਨ ਗੁਰਦੇਵ। ਤਿੰਨ ਪ੍ਰਭ ਜਬ ਆਏ ਸਮੋਹਿ ਦੀਆ, ਤਬ ਹਮ ਜਨਮ ਕਲੂ ਮਹਿ ਲਿਆ। ਜਬ ਹੀ ਜਾਤ ਤਰਬੇਣੀ ਭਏ, ਪੁੰਨ ਦਾਨ ਦਿਨ ਕਰਤ ਬਿਤਾਏ। ਪ੍ਰਯਾਗਰਾਜ ਤਰਬੇਣੀ ਗਏ 9ਵੇਂ ਪਾਤਸ਼ਾਹ। ਉੱਥੇ ਫਿਰ 25 ਸਿੱਖ ਲਾ ਕੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤਾ ਗਿਆ। ਜਬ ਹੀ ਜਾਤ ਦਰਬੇਣੀ ਭਏ, ਪੁੰਨ ਦਾਨ ਦਿਨ ਕਰਤ ਬਿਤਾਏ। ਤੇ ਫਿਰ ਕੀ ਹੋਇਆ, ਤਹੀਂ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਾਵ ਲਾਇਓ। ਧੰਨ ਗੁਰੂ ਗੋਬਿੰਦ ਸਿੰਘ ਜੀ ਐਸੇ ਰਹਿਬਰ ਨੇ ਜਿਨ੍ਹਾਂ ਨੇ ਆਪਣੀ ਜੀਵਨੀ, ਆਪਣੀ ਜਨਮ ਸਾਖੀ ਆਪ ਬਚਿੱਤਰ ਨਾਟਕ 'ਚ ਲਿਖੀ ਕਿ ਕਿਸ ਤਰ੍ਹਾਂ ਹੋਇਆ ਤੇ ਕਿਸ ਤਰ੍ਹਾਂ ਮੈਂ ਸੰਸਾਰ ਦੇ ਵਿੱਚ ਆਇਆ। ਯੋਗੀ ਅੱਲਾ ਯਾਰ ਖਾਂ ਬਹੁਤ ਵੱਡੀ ਉਸਤਤ ਲਿਖਦਾ ਹੈ, ਭਾਵੇਂ ਕਿ ਮੁਸਲਮਾਨ ਹੈ। ਦੇਖੋ ਆਪਣਿਆਂ ਨੇ ਤੇ ਉਸਤਤ ਕਰਨੀ ਕਰਨੀ, ਕਿਉਂ ਸਾਡੇ ਸਤਿਗੁਰੂ ਨੇ ਮਨ ਚਾਓ ਭਇਆ ਪ੍ਰਵਾਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿਓ ਮੰਦਰ ਬਣਿਆ। ਪਰ ਜਦੋਂ ਦੂਸਰੇ ਧਰਮ ਦੇ ਬੰਦੇ ਉਸਤਤ ਕਰਨ ਤਾਂ ਫੇਰ ਵਿਸ਼ਵਾਸ ਯਕੀਨ ਹੋਰ ਵੱਧ ਜਾਂਦਾ। ਯੋਗੀ ਅੱਲਾ ਯਾਰ ਖਾਂ ਉਹ ਗੰਜੇ ਸ਼ਹੀਦਾਂ ਦੀ ਸਮਾਪਤੀ ਤੇ ਲਿਖਦਾ ਹੈ ਕਿ ਯਾਕੂਬ ਕੋ ਯੂਸਫ ਕੇ ਵਿਛੜਨੇ ਨੇ ਰੁਲਾਇਆ। ਹਜ਼ਰਤ ਯੂਸਫ ਸਾਹਿਬ ਜਦੋਂ ਮੌਤ ਹੋਈ, ਵਿਛੜੇ ਜਾਂ ਉਹਨਾਂ ਨੂੰ ਵੇਚਿਆ ਗਿਆ, ਸੋਹਣੇ ਬੜੇ ਉਹਨਾਂ ਦਾ ਪਿਤਾ ਭਾਵੇਂ ਹਜ਼ਰਤ ਸੀ, ਪਰ ਇਹ ਦੁੱਖ ਸਹਾਰ ਨਾ ਸਕਿਆ ਤੇ ਰੋਣ ਲੱਗ ਪਿਆ। ਉਹ ਅੱਗੇ ਲਿਖਦੇ ਨੇ, ਸਾਬਰ ਕੋਈ ਕੰਮ ਐਸਾ ਰਸੂਲੋਂ ਮੇਂ ਆਇਆ। ਸਾਬਰ ਕਹਿੰਦੇ ਸੰਤੋਖੀ ਨੂੰ, ਸਿਦਕੀ ਨੂੰ, ਰੱਬ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣ ਵਾਲੇ ਨੂੰ ਸਾਬਰ ਕਹਿੰਦੇ ਨੇ।
ਸੰਤੋਖੀ ਨੂੰ, ਸਬਰ ਕਰਨ ਵਾਲੇ ਨੂੰ, ਉਹ ਲਿਖਦੇ ਨੇ ਕਿ 10ਵੇਂ ਪਾਤਸ਼ਾਹ ਤੇਰੇ ਵਰਗਾ ਸਬਰ ਵਾਲਾ ਸੰਤੋਖੀ ਪੀਰ ਮਹਾਤਮਾ ਅਵਤਾਰ ਕੋਈ ਐਸਾ ਵਿਰਲਾ ਹੀ ਦੁਨੀਆ 'ਚ ਆਇਆ ਹੋਵੇ। ਕਿਉਂ? ਉਹ ਫਿਰ ਸਾਰੀ ਗਾਥਾ ਲਿਖਦੇ ਨੇ। ਗਾਥਾ ਤੇ ਬੜੀ ਲੰਬੀ ਹੈ। ਉਹ ਕਹਿੰਦੇ ਜਦੋਂ ਰਾਮ ਚੰਦਰ ਬਨਵਾਸ ਗਏ, ਸੀਤਾ ਨਾਲ ਸੀ ਪਰ ਫਿਰ ਵੀ ਰੋਣਾ ਪਿਆ। ਭਗਵਾਨ ਕ੍ਰਿਸ਼ਨ ਨੇ ਆਪਣੇ ਪੁੱਤ ਸ਼ਹੀਦ ਨਹੀਂ ਕਰਵਾਏ। ਹਾਂ, ਉਹਨਾਂ ਆਪਣੇ ਸਿੱਖ ਜ਼ਰੂਰ ਸ਼ਹੀਦ ਕਰਾਏ ਨੇ। ਉਹਨਾਂ ਦੀ ਗੀਤਾ ਵਿੱਚ ਏਡੀ ਤਾਕਤ ਸੀ ਕਿ ਪਾਂਡਵਾਂ ਨੇ ਬਹੁਤ ਵੱਡਾ ਯੁੱਧ ਲੜਿਆ, ਉਹਨਾਂ ਦੇ ਸਿੱਖ ਸ਼ਹੀਦ ਹੋਏ। ਫਿਰ ਉਹ ਮੁਸਲਮਾਨ ਧਰਮ ਤੇ ਆ ਜਾਂਦੇ ਨੇ। ਕਹਿੰਦੇ ਜਦੋਂ ਯਕੂਬ ਸਾਹਿਬ ਨੂੰ ਪਤਾ ਲੱਗਾ ਯੂਸਫ ਦੇ ਵਿਛੜਨ ਦਾ ਤੇ ਧਾਹਾਂ ਮਾਰ ਕੇ ਰੋਇਆ। ਸਾਬਰ ਕੋਈ ਕੰਮ ਐਸਾ ਰਸੂਲੋਂ में आया, कटवा के पिसर चारे एक आंसू ना कराया। 4 ਸਾਹਿਬਜ਼ਾਦੇ ਸ਼ਹੀਦ ਕਰਵਾਏ ਹੋਣ ਤੇ ਇੱਕ ਅਥਰੂ ਨਾ ਸੁੱਟੇ, ਸਗੋਂ ਜਕਾਰੇ ਛੱਡੇ ਤੇ ਇਹ ਕਵੇ ਵੀ ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ। ਉਹ ਲਿਖਦੇ ਨੇ ਕਿ ਰਿਸ਼ੀਓਂ ਕਾ ਗੁਰੂ ਗੋਬਿੰਦ ਨੇ ਰੁਤਬਾ बढ़ाया। ਜੇ ਕੋਈ ਮਹਾਤਮਾ ਸੰਸਾਰ ਦੇ ਵਿੱਚ ਆਇਆ ਹੈ ਤੇ ਉਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਜਿਨ੍ਹਾਂ ਨੇ ਪਰਮੇਸ਼ਰ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ। ਕੱਲੇ ਸਿੱਖਾਂ ਦੀ ਗੱਲ ਨਹੀਂ, ਕੱਲੇ ਮੁਸਲਮਾਨਾਂ ਦੀ ਗੱਲ ਨਹੀਂ। ਇੱਕ ਬੜੇ ਵੱਡੇ ਇਤਿਹਾਸਕਾਰ ਜਿਨ੍ਹਾਂ ਨੂੰ ਪੰਜਾਬੀ 'ਚ ਆਪਾਂ ਮੁਕਾਲਮ ਸਾਹਿਬ ਕਹਿ ਦਿੰਦੇ ਆ, ਪੰਜਾਬ ਆਏ, ਸਿੱਖਾਂ ਦਾ ਇਤਿਹਾਸ ਪੜ੍ਹਿਆ। ਇਤਿਹਾਸ ਪੜ੍ਹ ਕੇ ਇੰਨੇ ਭਾਵਕ ਹੋ ਗਏ, ਕੇਸ ਦਾੜਾ ਰੱਖ ਲਿਆ, ਸਿਰ ਤੇ ਪੱਗ ਬੰਨਣ ਲੱਗ ਪਏ। ਹਾਲਾਂਕਿ ਇਤਿਹਾਸ ਤੇ ਉਹਨਾਂ ਬੋਧੀਆਂ ਦਾ ਵੀ ਲਿਖਿਆ ਸੀ, ਪਰ ਬੋਧੀ ਨਹੀਂ ਹੋਏ। ਹਾਲਾਂਕਿ ਗ੍ਰੰਥ ਤੇ ਉਹਨਾਂ ਹਿੰਦੂ ਧਰਮ ਦੇ ਵੀ ਲਿਖੇ, ਪਰ ਹਿੰਦੂ ਨਹੀਂ ਹੋਏ। ਜਦੋਂ ਸਿੱਖ ਇਤਿਹਾਸ ਪੜ੍ਹਿਆ ਲਿਖਿਆ ਤੇ ਇੰਨਾ ਪ੍ਰਭਾਵ ਪਿਆ, ਭਾਵਕ ਹੋ ਗਏ ਤੇ ਕੇਸ ਦਾੜਾ ਰੱਖ ਲਿਆ ਤੇ ਦਸਤਾਰ ਬੰਨਣ ਲੱਗ ਪਏ ਤੇ ਵਸੀਅਤ ਕਰ ਦਿੱਤੀ ਕਿ ਜਿੱਦਣ ਮੇਰੀ ਮੌਤ ਹੋਵੇ ਮੇਰੀ ਅੰਤਮ ਕਿਰਿਆ ਸਿੱਖ ਧਰਮ ਮੁਤਾਬਕ ਹੋਵੇ। ਉਹਨਾਂ ਦੀ ਚਿੱਠੀ ਵੀ ਹੈ। ਉਹਨਾਂ ਦੇ ਨੌਕਰ ਨੂੰ ਭਾਈ ਕਾਹਨ ਸਿੰਘ ਨਾਭਾ ਨੇ ਪੁੱਛਿਆ ਫਿਰ ਸਰੀਰ ਕਿੱਦਾਂ ਛੱਡਿਆ? ਕਹਿੰਦਾ 5 ਮਿੰਟ ਪਹਿਲਾਂ ਜਪਜੀ ਸਾਹਿਬ ਕੀਤਾ ਜ਼ਬਾਨੀ ਚ ਅੰਗਰੇਜ਼ ਨੇ, ਤੇ ਫਿਰ ਉਹਨਾਂ ਸਰੀਰ ਛੱਡਤਾ ਆਪਣਾ ਅਖੀਰਲੇ ਸਮੇਂ। ਉਹ ਬੜੇ ਭਾਵਕ ਹੋ ਕੇ ਇੱਕ ਗੱਲ ਲਿਖਦੇ ਨੇ। ਉਹ ਲਿਖਦੇ ਨੇ ਕਿ ਕਾਸ਼ ਗੁਰੂ ਗੋਬਿੰਦ ਸਿੰਘ ਇੰਗਲੈਂਡ 'ਚ ਜੰਮਿਆ ਹੁੰਦਾ, ਅਸੀਂ ਸਾਰੀ ਦੁਨੀਆ ਤੇ ਸਿੱਖੀ ਦਾ ਝੰਡਾ ਚੜਾ ਦੇਣਾ ਸੀ। ਇਹ ਕੋਈ ਗੱਲ ਅੱਤ ਕਥਨੀ ਨਹੀਂ ਹੈ। ਈਸਾਈ ਧਰਮ ਦਾ ਇੱਕ ਰਹਿਬਰ ਸ਼ਹੀਦ ਹੋਇਆ ਹੈ, ਹਜ਼ਰਤ ਈਸਾ ਮਸੀਹ, ਤੇ ਅੱਜ ਦੁਨੀਆ ਵਿੱਚ ਸਭ ਤੋਂ ਵੱਧ ਗਿਣਤੀ ਕਿਹਦੀ ਹੈ? ਈਸਾਈ ਧਰਮ ਦੀ। ਜਦ ਹਜ਼ਰਤ ਈਸਾ ਮਸੀਹ ਜੀ ਨੂੰ ਸੂਲੀ ਤੇ ਚੜਾਇਆ ਗਿਆ, ਕ੍ਰੋਸ ਤੇ ਚੜਾਇਆ ਗਿਆ, ਉਹਨਾਂ ਦੇ ਮੂੰਹੋਂ ਅਖੀਰਲੇ ਸ਼ਬਦ ਕੀ ਸੀ ਕਿ ਹੇ ਖੁਦਾ, ਜਿਸ ਦੁੱਖ ਪਰੇਸ਼ਾਨੀ 'ਚ ਮੈਨੂੰ ਪਾਉਣ ਲੱਗਾ ਹੋਰ ਕਿਸੇ ਨੂੰ ਨਾ ਪਾਈ, ਝੱਲੀ ਨਹੀਂ ਜਾਣੀ। ਤੇ ਜਦੋਂ ਜੱਜ ਨੇ ਉਹਨਾਂ ਦੇ ਚੇਲਿਆਂ ਨੂੰ ਪੁੱਛਿਆ, 12 ਚੇਲੇ ਸੀ ਉਹਨਾਂ ਦੇ, ਕਿ ਤੁਸੀਂ ਕੌਣ ਹੋ? ਉਹਨਾਂ ਡਰਦਿਆਂ ਕਹਿ ਦਿੱਤਾ ਸੀ ਜੀ ਅਸੀਂ ਨਹੀਂ ਇਹਨੂੰ ਜਾਣਦੇ, ਅਸੀਂ ਤੇ ਮੱਛੀਆਂ ਫੜਨ ਆਏ। ਇਸ ਕਰਕੇ ਉਹਨਾਂ 13 ਨੰਬਰ ਹੀ ਮਨਹੂਸ ਕਰਾਰ ਦੇਤਾ ਵੀ 13 ਨੰਬਰ ਈਸਾਈ ਨੇ ਲੈਣਾ ਹੀ ਨਹੀਂ, ਬਣਾਉਣਾ ਹੀ ਨਹੀਂ, ਰੱਖਣਾ ਹੀ ਨਹੀਂ। ਇੱਧਰ ਥੋੜੀ ਜਿਹੀ ਝਾਤੀ ਮਾਰੋ, ਸਾਹਿਬਜ਼ਾਦੇ ਸ਼ਹੀਦ ਹੁੰਦੇ ਨੇ ਤੇ ਕਿੱਦਾਂ ਦਾ ਰਹਿਬਰ ਆ ਜਿਹੜਾ ਜਕਾਰੇ ਛੱਡਦਾ ਪਿਆ, ਕਿੱਦਾਂ ਦਾ ਮਹਾਂਪੁਰਸ਼ ਹੈ।
ਜਿਹੜਾ ਗਲ 'ਚ ਪੱਲਾ ਪਾ ਕੇ ਹੱਥ ਜੋੜ ਕੇ ਉਸ ਵਾਹਿਗੁਰੂ ਦਾ ਸ਼ੁਕਰ ਕਰਦਾ ਹੈ ਤੇ ਯੋਗੀ ਅੱਲਾ ਯਾਰ ਖਾਂ ਫਿਰ ਲਿਖ ਗਿਆ, ਕਹਿੰਦਾ ਤਸੱਲਾ ਤੇਰੀ ਜ਼ਾਤ ਕਾ ਸੂ ਬਸੂ ਹੈ, जिधर देखता हूं तू ही तू है, दीदारे खुदा गर नहीं देखा तूने, गोबिंद सिंह को देखो वो ही हूबहू। जे तू रब वेखना ना, रब एक मुसलमान कहंदा है, जे तेरे मन च इच्छा है भी मैं रब वेखां ते फिर गुरु गोबिंद सिंह नूं वेख जा। साक्षात परमात्मा संसार ते विचरदा पिया। ਜਦੋਂ ਦੂਸਰਾ ਧਰਮ ਮਹਿਮਾ ਕਰੇ ਫਿਰ ਸਾਨੂੰ ਸਾਡੇ ਸਤਿਗੁਰਾਂ ਦੀ ਮਹਿਮਾ ਸਮਝ ਦੇ ਵਿੱਚ ਆਉਂਦੀ ਹੈ। ਆਪ ਹੈਰਾਨ ਹੋਵੋਗੇ, ਹਿੰਦੁਸਤਾਨ ਦੇ ਰਾਸ਼ਟਰਪਤੀ ਡਾਕਟਰ ਜ਼ਾਕਿਰ ਹੁਸੈਨ, ਉਹਨਾਂ ਨੂੰ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਲੈਕਚਰ ਦੇਣ ਵਾਸਤੇ, ਭਾਸ਼ਣ ਦੇਣ ਵਾਸਤੇ ਬੇਨਤੀ ਕੀਤੀ ਗਈ। ਉਹਨਾਂ ਬੜੀ ਖੁਸ਼ੀ ਦੇ ਨਾਲ ਪ੍ਰਵਾਨ ਕੀਤੀ ਤੇ ਪੁੱਛਿਆ ਵੀ ਵਿਸ਼ਾ ਕੀ ਹੈ ਜਿੱਤੇ ਬੋਲਾਂ ਮੈਂ। ਕਹਿੰਦੇ ਸ੍ਰੀ ਗੁਰੂ ਗੋਬਿੰਦ ਸਿੰਘ। ਕਾਗਜ਼ ਫੜਿਆ, ਪੈਨ ਫੜਿਆ, ਸਿਆਣੇ ਬੰਦੇ ਨੋਟ ਕਰਦੇ ਨੇ ਕੁਝ ਮੋਟੀਆਂ ਮੋਟੀਆਂ ਗੱਲਾਂ, ਨੋਟ ਕਰਨ ਲੱਗ ਪਏ। ਤੇ ਜਦੋਂ ਨੋਟ ਕਰਦਿਆਂ ਕਰਦਿਆਂ ਸਤਿਗੁਰੂ ਦਾ ਜੀਵਨ ਉਹਨਾਂ ਦੇ ਅੱਖਾਂ ਦੀ ਲੰਘਿਆ ਤੇ ਲਿਖਦੇ ਲਿਖਦੇ ਕਾਗਜ਼ ਤੇ ਵੇਖਿਆ ਦੋ ਪਾਣੀ ਦੀਆਂ ਬੂੰਦਾਂ ਡਿੱਗੀਆਂ। ਨੌਕਰ ਨੂੰ ਪੁੱਛਦੇ ਆ ਛੱਤ ਚੋਂਦੀ ਹੈ? ਕਹਿੰਦਾ ਜੀ ਨਹੀਂ। ਮੀਂਹ ਪੈਂਦਾ ਬਾਹਰ? ਕਹਿੰਦਾ ਨਹੀਂ। ਕਹਿੰਦਾ ਜੀ ਰਾਸ਼ਟਰਪਤੀ ਭਵਨ ਹੈ, ਜੇ ਇਹਦੀਆਂ ਹੀ ਛੱਤਾਂ ਚੋਣ ਲੱਗ ਪਈਆਂ ਫਿਰ ਹੋਰ ਕੀ ਹੋਊਗਾ? ਤੇ ਫਿਰ ਆ ਪਾਣੀ ਦੀਆਂ ਬੂੰਦਾਂ ਕਿੱਥੋਂ ਨੇ? ਤਾਂ ਜਦੋਂ ਚਸ਼ਮਾ ਆਪਣਾ ਉਤਾਰ ਕੇ ਇੱਧਰ ਉੱਧਰ ਦੇਖਿਆ ਤੇ ਜਦੋਂ ਧਿਆਨ ਮਾਰਿਆ, ਆਪਣੀਆਂ ਅੱਖਾਂ ਦੇ ਵਿੱਚੋਂ ਅਥਰੂ ਡਿੱਗੇ ਸਨ ਬਦੋ ਬਦੀ। ਇੰਨਾ ਭਾਵਕ ਕਰ ਦਿੱਤਾ ਹਿੰਦੁਸਤਾਨ ਦੇ ਰਾਸ਼ਟਰਪਤੀ ਨੂੰ ਕਿ ਲੈਕਚਰ ਲਿਖਦੇ ਲਿਖਦੇ ਅੱਖਾਂ 'ਚੋਂ ਅਥਰੂ ਡਿੱਗ ਪਏ ਤੇ ਪਤਾ ਵੀ ਨਾ ਲੱਗਿਆ। ਇੰਨੀ ਭਾਵਨਾ ਵਾਲਾ ਕਿੱਥੇ ਖੁੱਭ ਕੇ ਜਾ ਕੇ। ਐਸਾ ਪਵਿੱਤਰ ਜੀਵਨ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਹੈ। ਪ੍ਰਸਿੱਧ ਆਰੀਆ ਸਮਾਜੀ ਲਾਲਾ ਦੌਲਤ ਰਾਏ ਜੀ ਬੜੀ ਸੋਹਣੀ ਗੱਲ ਲਿਖਦੇ ਨੇ। ਉਹ ਕਹਿੰਦੇ, ਸਿੱਖੋ ਜੇ ਤੁਸੀਂ ਹਿੰਦੁਸਤਾਨ ਨੂੰ ਸਿੱਖ ਬਣਾਉਣਾ ਨਾ, ਫਿਰ 10ਵੇਂ ਪਾਤਸ਼ਾਹ ਦੀ ਗਾਥਾ ਦੱਸਣੀ ਸ਼ੁਰੂ ਕਰ ਦਿਓ। 10ਵੇਂ ਪਾਤਸ਼ਾਹ ਦਾ ਇਤਿਹਾਸ ਦੱਸਣਾ ਸ਼ੁਰੂ ਕਰ ਦਿਓ। ਤੁਹਾਨੂੰ ਲੋੜ ਹੀ ਨਹੀਂ ਹੋਰ ਕੋਈ ਕਥਾ ਕਰਨ ਦੀ, ਪ੍ਰਚਾਰ ਕਰਨ ਦੀ, ਸਿਰਫ 10ਵੇਂ ਪਾਤਸ਼ਾਹ ਬਾਰੇ ਲੋਕਾਂ ਨੂੰ ਦੱਸੋ, ਸਾਰਾ ਹਿੰਦੁਸਤਾਨ ਹੀ ਸਿੱਖ ਹੋ ਜਾਊ। ਪਰ ਉਹ ਵੱਖਰੀ ਗੱਲ ਹੈ ਕਿ ਅਸੀਂ ਦੱਸ ਨਹੀਂ ਪਾਏ, ਅਸੀਂ ਪ੍ਰਚਾਰ ਕਰ ਨਹੀਂ ਪਾਏ। ਕੁਝ ਸਾਡੇ ਪ੍ਰਚਾਰ ਦਾ ਕਸੂਰ, ਕੁਝ ਪ੍ਰਬੰਧਕਾਂ ਦਾ ਕਸੂਰ ਤੇ ਕੁਝ ਸਾਡੇ ਕੱਟੜ ਪੰਥੀਆਂ ਦਾ ਕਸੂਰ, ਜਿਨ੍ਹਾਂ ਨੇ ਸਿੱਖਾਂ ਨੂੰ ਤੋੜ ਦਿੱਤਾ ਜੀ। ਨਿਰਮਲੇ ਵੀ ਸਿੱਖ ਨਹੀਂ ਜੀ, ਉਦਾਸੀ ਵੀ ਸਿੱਖ ਨਹੀਂ ਜੀ, ਸੁਥਰੇ ਸ਼ਾਹੀਏ ਵੀ ਸਿੱਖ ਨਹੀਂ ਜੀ, ਸਿੰਧੀ ਵੀ ਸਿੱਖ ਨਹੀਂ ਜੀ। ਉਹ ਬੜੀ ਸੁੰਦਰ ਗੱਲ ਲਿਖਦਾ। ਉਹ ਲਿਖਦਾ, ਲਾਲਾ ਦੌਲਤ ਰਾਏ ਆਪਣੀ ਲਿਖਤ ਸਵਾਨੇ ਉਮਰੀ ਦੇ ਵਿੱਚ ਲਿਖਦਾ, ਕਹਿੰਦਾ ਭਗਵਾਨ ਰਾਮ ਚੰਦਰ ਜੀ ਦਾ ਮੈਂ ਦਿਲੋਂ ਸਤਿਕਾਰ ਕਰਦਾ, ਕਿਉਂ ਮੈਂ ਹਿੰਦੂ ਹਾਂ ਤੇ ਮੇਰੇ ਉਹ ਵੱਡੇ ਨੇ, ਮੇਰੇ ਪੀਰ ਨੇ, ਮੇਰੇ ਫਕੀਰ ਨੇ, ਮੇਰੇ ਇਸ਼ਟ ਨੇ। ਪਰ 10ਵੇਂ ਪਾਤਸ਼ਾਹ ਦਾ ਮੈਂ ਉਹਨਾਂ ਨਾਲੋਂ ਵੱਧ ਸਤਿਕਾਰ ਕਰਦਾ, ਭਾਵੇਂ ਮੈਂ ਬ੍ਰਾਹਮਣ। ਪੁੱਛਿਆ ਕਿਉਂ? ਕਹਿੰਦਾ ਇੱਕ ਫਰਕ ਆ। ਕਹਿੰਦੇ ਕੀ? ਕਹਿੰਦਾ ਰਾਮ ਚੰਦਰ ਜੀ ਲੱਕੀ ਸੀ, ਕਿਸਮਤ ਵਾਲਾ ਸੀ। ਕਿਉਂ? ਰਾਜੇ ਘਰ ਜੰਮਿਆ, ਫੌਜ ਬਣਾਉਣੀ ਨਹੀਂ ਪਈ, ਜੰਮਣ ਤੋਂ ਪਹਿਲਾਂ ਹੀ ਫੌਜ ਉਹਨਾਂ ਦੀ ਤਿਆਰ ਸੀ। ਕਿਲੇ ਬਣਾਉਣੇ ਨਹੀਂ ਪਏ, ਜੰਮਣ ਤੋਂ ਪਹਿਲਾਂ ਹੀ ਦਸ਼ਰਥ ਨੇ ਰਾਜ ਭਾਗ ਕਾਇਮ ਕੀਤੇ ਸੀ। ਭਗਵਾਨ ਕ੍ਰਿਸ਼ਨ ਜੀ ਬੜੇ ਵੱਡੇ ਅਵਤਾਰੀ ਪੁਰਸ਼ ਨੇ,
ਉਹਨਾਂ ਦੀ ਬਰਾਬਰਤਾ ਕਰਨ ਵਾਲਾ ਕੌਣ ਹੋਵੇ। ਭਗਵਾਨ ਕ੍ਰਿਸ਼ਨ ਜੀ ਨਾਲੋਂ ਵੀ ਕਹਿੰਦੇ ਮੈਂ ਦਿਲੋਂ ਵੱਧ ਮਾਣ ਸਤਿਕਾਰ ਦਸਵੇਂ ਪਾਤਸ਼ਾਹ ਦਾ ਕਰਦਾ, ਕਿਉਂ? ਦੋਵੇਂ ਰਾਜਿਆਂ ਘਰ ਜੰਮੇ ਤੇ ਸਭ ਕੁਝ ਇਹਨਾਂ ਦਾ ਬਣਿਆ ਬਣਾਇਆ ਸੀ। ਤੇ ਪੁੱਛਿਆ ਫਿਰ ਮਹਾਰਾਜ ਦਾ ਕਿਉਂ ਵੱਧ ਕਰਦਾ? ਕਹਿੰਦਾ ਆਮ ਘਰ ਜੰਮੇ ਉਹਦੀ ਨਿਗਾਹ 'ਚ। ਸਾਡੇ ਵਾਸਤੇ ਤੇ ਨੌਵੇਂ ਪਾਤਸ਼ਾਹ ਸੱਚੇ ਪਾਤਸ਼ਾਹ ਨੇ, ਕਿਸੇ ਰਾਜੇ ਦੇ ਨਹੀਂ ਜੰਮੇ। ਤੇ ਆਮ ਜੇ ਗਰੀਬੜੇ ਜੇ ਲੋਕਾਂ ਨੂੰ ਜਾਤਾਂ ਪਾਤਾਂ ਇਕੱਠੀਆਂ ਕਰਕੇ ਏਡੀ ਵੱਡੀ ਫੌਜ ਬਣਾ ਦੇਣੀ ਫੜ ਕੇ ਤੇ ਦਿੱਲੀ ਦੇ ਤਖਤ ਦੇ ਨਾਲ ਮੱਥਾ ਲਾਉਣਾ। ਇਸ ਕਰਕੇ ਕਹਿੰਦਾ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਸਤਿਕਾਰ ਮੈਂ ਵੱਧ ਕਰਦਾ। ਦਸਵੇਂ ਪਾਤਸ਼ਾਹ ਦੇ ਬਚਨ ਸੀ ਨਾ, ਇਨ ਗਰੀਬ ਸਿੱਖਣ ਕੋ ਦਿਓ ਪਾਤਸ਼ਾਹੀ ਯਾਦ ਕਰੇ, ਹਮਰੀ ਗੁਰਿਆਈ ਚਿਰਿयों से मैं बाज तड़ाऊं, सवा लाख से एक लड़ाऊं, तबै गोबिंद सिंह नाम कहाऊं। ਆਮ ਜੀ ਪਬਲਿਕ ਨੂੰ ਲੈ ਕੇ ਏਡੀ ਵੱਡੀ ਫੌਜ ਤਿਆਰ ਕਰ ਦੇਣੀ, ਏਡੀ ਵੱਡੀ ਰੂਹ ਫੂਕ ਦੇਣੀ ਕਿ ਉਹਨਾਂ ਦਿੱਲੀ ਨੂੰ ਤਖਤ ਨੂੰ ਚੈਲੰਜ ਕਰਨਾ ਸ਼ੁਰੂ ਕਰ ਦੇਣਾ ਤੇ ਤਖਤ ਦਾ ਦਾਵਾ ਕਰਨਾ ਕਿ ਜਿੰਨਾ ਚਿਰ ਤੁਸੀਂ ਕਰਨਾ ਕਰ ਲਓ, ਬਾਦਸ਼ਾਹ ਤੇ ਅਸੀਂ ਬਣਨਾ ਹੈ, ਰਾਜੇ ਅਸੀਂ ਬਣਨਾ ਹੈ, ਦਿੱਲੀ ਦਾ ਤਖਤ ਅਸੀਂ ਸਾਂਭਣਾ। ਏਡੇ ਵੱਡੇ ਦਾਅਵੇ ਕਰਨੇ, ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹਿੱਸੇ ਆਇਆ। ਤੇ ਗੁਰੂ ਕੇ ਪਿਆਰ ਵਾਲੇ ਆਪ ਜੀ ਸਾਰੇ ਬੈਠੇ ਹੋ, ਸਤਿਗੁਰੂ ਤੇ ਭਰੋਸਾ ਰੱਖੀਏ, ਸ਼ਰਧਾ ਰੱਖੀਏ। ਸਤਿਗੁਰੂ ਅੱਜ ਵੀ ਹਾਜ਼ਰ ਨਾਜ਼ਰ ਨੇ। ਗੁਰਬਾਣੀ ਦਾ ਸਮਾਂ ਬਤੀਤ ਹੋਇਆ, ਆਜ਼ਾਦੀ ਤੋਂ ਪਹਿਲਾਂ ਦੀ ਗੱਲ ਹੋਵੇਗੀ, ਕੋਈ ਆਜ਼ਾਦੀ ਤੋਂ ਕੋਈ 50, 60, 70 ਸਾਲ ਪਹਿਲਾਂ ਦੀ ਗੱਲ ਹੈ। ਇੱਕ ਸਿੱਖ ਤੇ ਸਿੱਖਣੀ ਪੰਜਾ ਸਾਹਿਬ ਦੀ ਯਾਤਰਾ ਤੇ ਜਾ ਰਹੇ ਸੀ। ਰਸਤੇ ਦੇ ਵਿੱਚ ਇੱਕ ਪਠਾਨ ਮਿਲ ਪਿਆ। ਪੁੱਛਦਾ ਸਿੱਖਾ ਕਿੱਥੇ ਚੱਲਿਆ? ਕਹਿੰਦਾ ਪੰਜੇ ਸਾਹਿਬ ਦੀ ਯਾਤਰਾ ਤੇ। ਕਹਿੰਦਾ ਤੇ ਬਹੁਤ ਚੰਗਾ ਹੋਇਆ, ਮੈਂ ਵੀ ਉੱਥੇ ਹੀ ਜਾਣਾ। ਸਾਥ ਬਣ ਗਿਆ। ਧਰਮਸ਼ਾਲਾ ਹੁੰਦੀਆਂ ਸੀ, ਰਾਤ ਕੱਟੀ। ਪਠਾਨ ਅੱਧੀ ਰਾਤ ਹੀ ਉੱਠ ਕੇ ਕਹਿੰਦਾ ਆਪਾਂ ਚੱਲੀਏ, ਤੁਰੀਏ। ਸਿੱਖ ਕਹਿੰਦਾ ਅਜੇ ਤੇ ਅੱਧੀ ਰਾਤ ਹੈ, ਅੰਮ੍ਰਿਤ ਵੇਲੇ ਤੁਰਾਂਗੇ, ਦਿਨ ਚੜੇ ਤੁਰਾਂਗੇ, ਥੋੜਾ ਚਾਨਣ ਹੋਵੇ ਫੇਰ ਤੁਰਦੇ ਆ। ਰਾਹ ਦੇ ਵਿੱਚ ਲੁਟੇਰੇ, ਚੋਰ, ਕੀ ਪਤਾ ਹੁੰਦਾ ਸਮੇਂ ਦਾ ਕਿਹੋ ਜਿਹਾ ਆ ਜਾਣਾ ਹੈ। ਆਪਣੀ ਇੱਜ਼ਤ ਆਪਦੇ ਹੱਥ ਹੁੰਦੀ ਹੈ ਤੇ ਸਵੇਰੇ ਦਿਨ ਚੜੇ, ਥੋੜਾ ਦਿਨ ਚੜ੍ਹਦੇ ਫੇਰ ਤੁਰਾਂਗੇ। ਪਠਾਨ ਨੇ ਬੜੀ ਜਿੱਦ ਕੀਤੀ, ਨਹੀਂ ਕਹਿੰਦਾ ਯਾਤਰਾ ਜਿਹੜੀ ਹੁੰਦੀ ਹੈ ਇਹ ਟਾਈਮ ਦੇ ਨਾਲ ਹੀ ਕਰਨੀ ਚਾਹੀਦੀ ਹੈ। ਦਿਨ ਚੜ੍ਹੇ ਤੱਕ ਤੇ ਆਪਾਂ ਕਿਤੇ ਤੋਂ ਕਿਤੇ ਪਹੁੰਚ ਜਾਾਂਗੇ। ਸਿੱਖ ਨੂੰ ਸ਼ੱਕ ਹੋ ਗਿਆ, ਪਰ ਪਠਾਨ ਸ਼ੈਤਾਨ ਬੜਾ ਸੀ। ਉਹ ਕਹਿਣ ਲੱਗਾ ਮੈਨੂੰ ਗੁਰੂ ਗੋਬਿੰਦ ਸਿੰਘ ਦੀ ਸਹੁੰ ਲੱਗੇ। ਗੁਰੂ ਗੋਬਿੰਦ ਸਿੰਘ ਜਾਮਣ ਰਿਹਾ, ਜੇ ਮੈਂ ਤੇਰਾ ਬੁਰਾ ਕਰਾਂ ਤੇ ਤੂੰ ਸ਼ੱਕ ਨਾ ਕਰ, ਏਦਾਂ ਦੀ ਗੱਲ ਨਹੀਂ। ਚਲੋ ਸਿੱਖ ਨੂੰ ਗੁਰੂ ਤੇ ਭਰੋਸਾ ਬੜਾ ਹੈ। ਗੁਰੂ ਦਾ ਨਾਮ ਹੋਵੇ ਤੇ ਸਿੱਖ ਸਭ ਕੁਝ ਵਾਰਨ ਨੂੰ ਤਿਆਰ ਹੋ ਜਾਂਦਾ ਹੈ। ਤੁਰ ਪਏ। ਉਹ ਗੱਲ ਹੋਈ ਜਿਹਦਾ ਡਰ ਸੀ। ਇਹਨੇ ਉਸ ਸਿੱਖ ਦੇ ਪਿੱਛੋਂ ਵੱਖੀ ਦੇ ਵਿੱਚ ਛੁਰਾ ਮਾਰ। ਹੁਣ ਸਿੱਖਣੀ ਜਿਹੜੀ ਘੋੜੇ ਤੇ ਬੈਠੀ ਸੀ, ਇਹ ਦੋਵੇਂ ਤੁਰੇ ਜਾਂਦੇ ਸੀ ਅੱਗੇ। ਉਹਨੂੰ ਉੱਥੇ ਹੀ ਸੁੱਟਤਾ ਸਿੱਖ ਨੂੰ ਤੇ ਘੋੜੇ ਦੀਆਂ ਵਾਗਾਂ ਫੜ ਕੇ ਤੇ ਤੁਰ ਪਿਆ। ਹੁਣ ਉਹ ਸਿੱਖਣੀ ਦੇ ਦਿਲ ਤੇ ਕੀ ਬੀਤਦੀ ਹੋਊਗੀ। ਉਹਦੀ ਭਾਵਨਾ ਇਦਾਂ ਦੀ ਹੋ ਗਈ ਵੀ ਸੁਣਨਾ ਪ੍ਰਭੂ ਜੀਓ ਇੱਕ ਲੜੀ ਬਨਵਾਹੇ। ਉਹ ਅਰਦਾਸਾਂ ਕਰਨ ਲੱਗੀ, ਬੇਨਤੀਆਂ ਕਰਨ ਲੱਗੀ ਤੇ ਮੁੜ ਮੁੜ ਕੇ ਨਾ ਆਪਣੇ ਪਤੀ ਦੀ ਲਾਸ਼ ਨੂੰ ਪਈ ਨੂੰ ਵੇਖੇ। ਚਲੋ ਕਦੀ ਖੱਬੇ ਵੇਖੇ, ਕਦੀ ਸੱਜੇ ਵੇਖੇ। ਤੇ ਪਠਾਨ ਕਹਿੰਦਾ ਕਿਹਨੂੰ ਵੇਂਦੀ ਆ, ਇੱਥੇ ਮੈਂ ਆ ਜਾਂ ਤੂੰ ਆ, ਹੋਰ ਕੋਈ ਨਹੀਂ।
ਤੇ ਚੁੱਪਚਾਪ ਤੁਰੀ ਚੱਲ। ਤੇਰਾ ਘਰ ਵਾਲਾ ਉਹ ਪਿੱਛੇ ਪਿਆ ਹੈ, ਮਰਿਆ, ਉਹ ਨਹੀਂ ਹੁਣ ਜਿਉਂਦਾ ਹੋਣਾ। ਉਹ ਸਿੱਖਣੀ ਦੇ ਮੂੰਹੋਂ ਪਤਾ ਕੀ ਨਿਕਲਿਆ? ਸਮਾਪਤੀ ਕਰਾਂ, ਸਮਾਂ ਪੂਰਾ ਹੋ ਗਿਆ। ਉਹ ਸਿੱਖਣੀ ਦੇ ਮੂੰਹੋਂ ਨਿਕਲਿਆ, ਮੈਂ ਤੇ ਉਹਨੂੰ ਵੇਖਦੀ ਆ ਜਿਹੜਾ ਤੇਰੇ ਤੇ ਸਾਡੇ 'ਚ ਜਾਮਨ ਪਿਆ ਸੀ, ਗਵਾਹ ਪਿਆ ਸੀ, ਜਿਹਦੇ ਤੂੰ ਸਹੁੰ ਖਾਧੀ ਸੀ। ਉਹ ਪਠਾਨ ਹੱਸ ਕੇ ਕਹਿਣ ਲੱਗਾ, ਮਾਫ ਕਰਿਓ, ਉਹਦੇ ਬੋਲ ਨੇ। ਕਹਿੰਦਾ ਗੁਰੂ ਗੋਬਿੰਦ ਸਿੰਘ ਨੂੰ ਮਰੇ ਨੂੰ ਤੇ 250 ਸਾਲ ਹੋ ਗਏ, ਤੇ ਕਿੰਨੇ ਗਵਾਹੀ ਦੇਣੀ ਆ, ਕਿੰਨੇ ਆਉਣਾ ਵਾ। ਮਾਫ ਕਰਿਓ, ਅੱਜ ਸਾਡੇ ਸਿੱਖ ਵਿਦਵਾਨ ਵੀ ਇਦਾਂ ਦੀ ਸੋਚ ਆ ਲਈ ਆ, ਪੱਗਾਂ ਬੰਨੀਆਂ ਨੇ, ਗਾਤਰੇ ਪਾਏ ਨੇ, ਤੇ ਕਹਿੰਦੇ ਨੇ ਗੁਰੂ ਸਾਹਿਬ ਨੂੰ ਤੇ ਇੰਨਾ ਚਿਰ ਹੋ ਗਿਆ। ਪਰ ਜਿਹੜੇ ਸ਼ਰਧਾ ਵਾਲੇ ਸਿੱਖ ਨੇ ਉਹ ਯਕੀਨ ਕਰਦੇ ਨੇ ਕਿ ਗੁਰੂ ਅੱਜ ਵੀ ਪੰਥ ਦੇ ਵਿੱਚ ਵਰਤਦਾ ਹੈ, ਪੰਥ ਦੀ ਬਾਹ ਫੜਦਾ ਹੈ। ਪਰ ਉਹਦੀਆਂ ਕੁਝ ਸ਼ਰਤਾਂ ਨੇ। ਉਹ ਕਿਹੜੀਆਂ ਨੇ? ਜਬ ਇਹ ਗਏ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਕੁਝ ਉਹਨੇ ਸ਼ਰਤਾਂ ਲਾਈਆਂ ਨੇ, ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ। ਉਹ ਸਿੱਖਣੀ ਕਹਿਣ ਲੱਗੀ, ਦੇਖੋ ਪਤੀ ਮਾਰਿਆ ਉਹਨੇ, ਪਰ ਕਿੰਨਾ ਉਹਦੇ ਮਨ 'ਚ ਦਰਦ ਹੋਵੇਗਾ। ਕਹਿਣ ਲੱਗੀ ਪਠਾਨ ਨੂੰ ਕਿ ਮੇਰੇ ਗੁਰੂ ਬਾਰੇ, ਧੰਨ ਗੁਰੂ ਗੋਬਿੰਦ ਸਿੰਘ ਬਾਰੇ ਏਦਾਂ ਨਾ ਕਹਿ, ਉਹ ਅੱਜ ਵੀ ਹਾਜ਼ਰ ਹੈ। ਇੰਨੀ ਗੱਲ ਕਹਿਣ ਦੀ ਦੇਰ ਸੀ ਜੋ ਸਾਡੇ ਇਤਿਹਾਸ ਦੇ ਬਚਨ ਨੇ ਉਹਨਾਂ 'ਚ ਕੀ ਲਿਖਿਆ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ 5 ਸਿੰਘਾਂ ਨਾਲ ਘੋੜੇ ਤੇ ਸਵਾਰ ਤੁਰੇ ਆਉਂਦੇ। ਉਹ ਸਕਿੰਟਾਂ ਦੀ ਖੇਡ ਹੁੰਦੀ ਜਿਹੜੀ ਇਹੋ ਜਿਹੀ ਹੁੰਦੀ ਆ, ਕਿਸੇ ਨੂੰ ਦਰਸ਼ਨ ਹੋਣੇ, ਕੁਝ ਹੋਣਾ। ਦੂਜੇ ਸਕਿੰਟ 'ਚ ਹੀ ਉਹ ਪਠਾਨ ਦੀ ਧੌਣ ਕਹਿੰਦੇ ਅੱਗੇ ਨੂੰ ਰਿੜੀ ਜਾ ਰਹੀ ਸੀ। ਉਹ ਸਿੱਖ ਬੱਚੀ ਨੂੰ ਧਰਵਾਸਾ ਦਿੱਤਾ, ਉਹਦਾ ਪਤੀ ਮੁੜ ਜਿਉਂਦਾ ਕੀਤਾ, ਤੇ ਕਹਿਣ ਲੱਗੇ ਤੇਰੀ ਭਾਵਨਾ ਕਰਕੇ ਅਸੀਂ ਪ੍ਰਗਟ ਹੋਏ ਆ, ਤੂੰ ਆਪਦਾ ਭਰੋਸਾ ਰੱਖਿਆ ਸਾਡੇ ਉੱਤੇ। ਤਾਂ ਗੁਰਬਾਣੀ ਕੀ ਕਹਿੰਦੀ ਹੈ? ਭਗਤਾਂ ਦੀ ਤੂੰ ਸਦਾ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ, ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ। ਸਦਾ ਅੰਗ ਸੰਗੇ ਅਭੰਗੰ ਵਿਭੂਤੇ, ਚਤੁਰ ਦਿਸ਼ਾ ਕੀਨੋ ਬਲ ਆਪਣਾ, ਸਿਰ ਉੱਪਰ ਕਰ ਧਾਰਿਓ, ਕਿਰਪਾ ਕਟਾਖ ਅਵਲੋਕਨ ਕੀਨੋ। 10ਵੇਂ ਪਾਤਸ਼ਾਹ ਅੱਜ ਵੀ ਹਾਜ਼ਰ ਨੇ। ਆ ਜਿਹੜੇ ਕੁਝ ਉੱਥੇ ਦਿੱਲੀ ਧਰਨੇ 'ਚ ਮਹਾਂਪੁਰਸ਼ਾਂ ਦਾ ਹੁਕਮ ਨਹੀਂ ਬਹੁਤਾ ਬੋਲਣ ਦਾ, ਜਿਹੜਾ ਮਰਜ਼ੀ ਅੱਗੇ ਲੱਗੇ ਰਵੇ। ਚਲੋ ਕਿਸਾਨਾਂ ਦਾ ਫੈਸਲਾ ਹੋਵੇ, ਕਿਸੇ ਨੇ ਅੱਗੇ ਲੱਗ ਕੇ ਕੀ ਲੈਣਾ। ਪਰ ਜਿਹੜੇ ਇਸ ਭੁਲੇਖੇ 'ਚ ਆ ਨਾ ਵੀ ਕੇਸਰੀ ਝੰਡੇ ਲਾ ਦੋ, ਪੀਲੀਆਂ ਦਸਤਾਰਾਂ ਨਹੀਂ ਬੰਨਣੀਆਂ, ਵੀ ਸਿੱਖੀ ਕਰਕੇ ਉਹ ਆਹ ਕਹਿੰਦੇ ਆ, ਉਹ ਕਹਿੰਦੇ ਆ, ਇਹ ਇੱਥੋਂ ਪੰਜਾਬ ਤੋਂ ਵੀ ਤੁਰ ਕੇ ਰਾਜੀ ਨਹੀਂ ਸੀ। ਉੱਥੇ ਉਹੋ ਹੀ ਗਏ ਨੇ ਜਿਨ੍ਹਾਂ ਦੇ ਅੰਦਰ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਸਪਿਰਿਟ ਕੰਮ ਕਰਦੀ ਸੀ, 10ਵੇਂ ਪਾਤਸ਼ਾਹ ਦੀ ਅਣਖ ਕੰਮ ਕਰਦੀ ਸੀ। ਸੋ ਇਹ ਸੱਚੀ ਗੱਲ ਹੈ। ਜਦੋਂ ਦਾਸ ਨੂੰ ਮੇਰੇ ਨਾਲ ਜਥੇਦਾਰ ਭਾਈ ਸੁਖਦੇਵ ਸਿੰਘ ਜੀ, ਭਾਈ ਸਾਹਿਬ ਭਾਈ ਬੋੜ ਸਿੰਘ ਜੀ ਬੈਠੇ ਨੇ, ਜਦੋਂ ਦਿੱਲੀ ਭੇਜਿਆ ਸੇਵਾ ਦੇਣ ਵਾਸਤੇ, ਅਸੀਂ ਇੱਕ ਟਰੈਕਟਰ ਨੂੰ ਕ੍ਰਾਸ ਕੀਤਾ, ਝੰਡਾ ਕਾਮਰੇਡਾਂ ਦਾ ਤੇ ਗੀਤ ਸੰਤ ਜਰਨੈਲ ਸਿੰਘ ਜੀ ਦੇ। ਉਹਨੂੰ ਪਤਾ ਹੀ ਨਹੀਂ ਹੈ ਵਿਚਾਰੇ ਨੂੰ। ਇਹ ਮਤ ਜਾਣੋ ਕਿ ਇਹ ਸਿੱਖੀ ਦੀ ਸਪਿਰਿਟ ਤੋਂ ਬਿਨਾ ਉੱਥੇ ਜਾ ਕੇ ਤੁਸੀਂ ਦਿੱਲੀ ਬਹਿ ਗਏ ਹੋ। ਜੇ ਸਿੱਖੀ ਦੀ ਸਪਿਰਿਟ ਨਾ ਆਉਂਦੀ ਤੇ ਉਹਨਾਂ ਨੇ ਇੱਥੋਂ ਪੰਜਾਬ ਚੋਂ ਹੀ ਤੁਹਾਨੂੰ ਹਿੱਲਣ ਦੀ ਸੀ। ਉਹ ਸ਼ਬਦ ਪੜ੍ਹਦਾ ਸੰਤਾਂ ਦੇ ਜਾਵੇ ਤੇ ਉਹਨੇ ਬੋਰਡ ਲਾਇਆ ਕਾਮਰੇਡਾਂ ਦਾ। ਸੋ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਦਮਦਮੀ ਟਕਸਾਲ ਦੇ ਮੁਖੀ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਿਹੜੇ ਕਿ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਵਿਖੇ ਹਾਜ਼ਰੀ ਭਰਨ ਵਾਸਤੇ ਗਏ ਨੇ। ਜਿਸ ਮਹਾਨ ਤਖਤ ਉੱਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ, ਜਿਸ ਮਹਾਨ ਤਖਤ ਤੋਂ ਹੀ ਸ਼੍ਰੀਮਾਨ
ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਸੇਵਾ ਦੀ ਬਖਸ਼ਿਸ਼ ਹੋਈ। ਸੋ ਬਾਬਾ ਜੀ ਵੱਲੋਂ ਸਾਰੀਆਂ ਸੰਗਤਾਂ ਨੂੰ ਹੀ ਲੱਖ ਲੱਖ ਵਧਾਈ ਹੋਵੇ। ਸੱਚੇ ਪਾਤਸ਼ਾਹ ਕਿਰਪਾ ਕਰਨ, ਆਪਣੇ ਚਰਨਾਂ ਦਾ ਪ੍ਰੇਮ, ਗੁਰਸਿੱਖੀ, ਨਾਮਦਾਨ, ਸਿਦਕ, ਭਰੋਸਾ ਬਖਸ਼ਣ। ਮਹਾਂਪੁਰਸ਼ਾਂ ਵੱਲੋਂ ਸਤਿਕਾਰਯੋਗ ਜਥੇਦਾਰ ਬਾਬਾ ਅਜੀਤ ਸਿੰਘ ਜੀ ਮੁਖੀ ਤਰਨਾ ਦਲ ਮਹਿਤਾ ਚੌਕ, ਜਥੇਦਾਰ ਭਾਈ ਸਾਹਿਬ ਭਾਈ ਜਰਨੈਲ ਸਿੰਘ ਜੀ, ਸਾਡੇ ਸਤਿਕਾਰਯੋਗ ਜਥੇਦਾਰ ਭਾਈ ਸਾਹਿਬ ਭਾਈ ਸੁਖਦੇਵ ਸਿੰਘ ਜੀ, ਭਾਈ ਸਾਹਿਬ ਭਾਈ ਬੋੜ ਸਿੰਘ ਜੀ, ਹੋਰ ਵੀ ਗੁਰਮੁਖ ਪਿਆਰੇ ਸਰਪੰਚ ਸਾਹਿਬ ਸਰਦਾਰ ਕਸ਼ਮੀਰ ਸਿੰਘ ਜੀ, ਔਰ ਸਾਡੇ ਸਤਿਕਾਰਯੋਗ ਵਿਦਵਾਨ ਗਿਆਨੀ ਭੁਪਿੰਦਰ ਸਿੰਘ ਜੀ, ਜਿਨ੍ਹਾਂ ਉੱਤੇ ਸਤਿਗੁਰੂ ਜੀ ਦੀ ਬੜੀ ਕਿਰਪਾ ਹੈ। ਸਤਿਕਾਰਯੋਗ ਸਰਦਾਰ ਹਰਸ਼ਦੀਪ ਸਿੰਘ ਜੀ, ਇਸੇ ਤਰ੍ਹਾਂ ਸਾਡੇ ਸਤਿਕਾਰਯੋਗ ਚੇਅਰਮੈਨ ਸਰਦਾਰ ਲਖਵਿੰਦਰ ਸਿੰਘ ਜੀ ਸੋਨਾ ਜੀ, ਖਾਲਸਾ ਅਕੈਡਮੀ ਤੋਂ ਉਚੇਚੇ ਤੌਰ ਤੇ ਪ੍ਰਿੰਸੀਪਲ ਸਾਹਿਬ ਸਰਦਾਰ ਘਨਸ਼ਾਮ ਸਿੰਘ ਜੀ, ਔਰ ਉਹਨਾਂ ਦੇ ਨਾਲ ਸਮੁੱਚਾ ਹੀ ਸਟਾਫ। ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਜੀ। ਸ਼੍ਰੀਮਾਨ ਸੰਤ ਬਾਬਾ ਗੁਰਦੇਵ ਸਿੰਘ ਜੀ ਤਰਸਿੱਕੇ ਵਾਲੇ ਗੁਰਦੁਆਰਾ ਸਾਹਿਬ ਭਗਤਾਂ ਦਾ, ਉਹ ਵੀ ਉਚੇਚੇ ਤੌਰ ਤੇ ਆਏ ਨੇ। ਸੋ ਆਓ ਹੁਣ ਇੱਥੇ ਹੀ ਕਥਾ ਵਿਚਾਰ ਦੀ ਸਮਾਪਤੀ ਹੈ। ਅਗਲਾ ਪ੍ਰੋਗਰਾਮ ਚੇਅਰਮੈਨ ਸਾਹਿਬ ਆਪ ਜੀ ਨੂੰ ਦੱਸਣਗੇ। ਵਾਹਿਗੁਰੂ ਜੀ ਕਾ ਖਾਲਸਾ,